ਸਤਿ ਸ਼੍ਰੀ ਅਕਾਲ, ਮੈਂ ਹਾਂ ਨੇਹਾ ਸ਼ਰਮਾ ਤੇ ਤੁਸੀਂ ਵੇਖ ਰਹੇ ਹੋ ਮੀਡੀਆ ਲਹਿਰ। ਚਲੋ ਹੁਣ ਨਜ਼ਰ ਮਾਰਦੇ ਹਾਂ ਇਸ ਹਫਤੇ ਦੇ ਬਿਜ਼ਨਸ ਜਗਤ ਦੀਆਂ ਵੱਡੀਆਂ ਤੇ ਖਾਸ ਖਬਰਾਂ ਤੇ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ यानी RIL ਦੀ ਡਿਜੀਟਲ ਸੇਵਾ ਇਕਾਈ ਜੀਓ ਪਲੇਟਫਾਰਮਸ ਲਿਮਿਟਡ ਆਪਣਾ IPO ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਇਸ ਲਈ ਬਾਜ਼ਾਰ ਨਿयामक ਸੈਬੀ ਕੋਲ ਮਸੌਦਾ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਲਗਭਗ 37,700 ਕਰੋੜ ਰੁਪਏ ਦੇ ਇਸ IPO ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO ਮੰਨਿਆ ਜਾ ਰਿਹਾ ਹੈ। ਕੰਪਨੀ ਦਾ ਟੀਚਾ ਇਸ ਇਸ਼ੂ ਰਾਹੀਂ ਕਰੀਬ $4 ਅਰਬ यानी लगभग 37,700 ਕਰੋੜ ਰੁਪਏ ਇਕੱਠੇ ਕਰਨ ਦਾ ਹੈ। ਮਸੌਦਾ ਦਸਤਾਵੇਜ਼ਾਂ ਅਨੁਸਾਰ ਜੀਓ ਪਲੇਟਫਾਰਮਸ IPO ਲਈ 27 ਕਰੋੜ ਤੱਕ ਨਵੇਂ ਸ਼ੇਅਰ ਜਾਰੀ ਕਰੇਗੀ, ਜੋ ਇਸ਼ੂ ਤੋਂ ਬਾਅਦ ਕੁੱਲ ਇਕੁਇਟੀ ਦਾ ਲਗਭਗ 2.9% ਹੋਵੇਗਾ। ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ IPO ਤੋਂ ਮਿਲਣ ਵਾਲੀ ਸ਼ੁੱਧ ਰਕਮ ਦਾ ਇਸਤੇਮਾਲ ਮੁੱਖ ਤੌਰ ਤੇ ਇਸ ਦੀ ਸਬਸਿਡਰੀ ਰਿਲਾਇੰਸ ਜੀਓ ਇਨਫੋਕਾਮ ਲਿਮਿਟਡ यानी RJIL ਵੱਲੋਂ ਲਏ ਗਏ ਕੁਝ ਬਕਾਇਆ ਕਰਜ਼ਿਆਂ ਦੀ ਅੰਸ਼ਿਕ ਜਾਂ ਪੂਰੀ ਅਦਾਇਗੀ ਤੇ ਆਮ ਕਾਰਪੋਰੇਟ ਉਦੇਸ਼ਾਂ ਲਈ ਕੀਤਾ ਜਾਵੇਗਾ। ਕਈ ਸਾਲਾਂ ਤੋਂ ਦਿੱਲੀ, ਗੁਰੂਗ੍ਰਾਮ, ਨੋਇਡਾ, NCR ਦੇ ਪ੍ਰਾਪਰਟੀ ਬਾਜ਼ਾਰ ਦੀ ਮੁੱਖ ਤਾਕਤ ਰਹੇ ਹਨ, ਪਰ ਨਾਈਟ ਫਰੈਂਕ ਇੰਡੀਆ ਦੀ ਨਵੀਂ ਰਿਪੋਰਟ ਦੱਸਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਕਾਸ ਦੀ ਸਭ ਤੋਂ ਤੇਜ਼ ਰਫ਼ਤਾਰ ਉਨ੍ਹਾਂ ਇਲਾਕਿਆਂ ਵਿੱਚ ਨਜ਼ਰ ਆਵੇਗੀ ਜੋ ਹੁਣ ਤੱਕ ਇਸ ਨਕਸ਼ੇ ਦੇ ਬਾਹਰੀ ਹਿੱਸਿਆਂ ਵਿੱਚ ਸ਼ਾਮਿਲ ਸਨ। ਰਿਪੋਰਟ ਮੁਤਾਬਿਕ NCR ਰੀਜਨਲ ਪਲਾਨ 2041 ਤਹਿਤ ਲਗਭਗ 20 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਸੰਭਾਵਨਾ ਹੈ। ਇਹ ਮਹੱਤਵਾਕਾਂਖੀ ਯੋਜਨਾ ਕਰੀਬ 3 ਕਰੋੜ ਵਾਧੂ ਲੋਕਾਂ ਨੂੰ ਵਸਾਉਣ ਤੇ ਪੂਰੇ ਖੇਤਰ ਵਿੱਚ ਕਈ ਨਵੇਂ ਸ਼ਹਿਰੀ ਕੇਂਦਰ ਵਿਕਸਿਤ ਕਰਨ ਵਿੱਚ ਮਦਦਗਾਰ ਸਾਬਿਤ ਹੋ ਸਕਦੀ ਹੈ। ਜੇਕਰ ਇਸ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਉੱਤਰੀ ਭਾਰਤ ਵਿੱਚ ਲੋਕਾਂ ਦੇ ਰਹਿਣ, ਕੰਮ ਕਰਨ ਤੇ ਨਿਵੇਸ਼ ਕਰਨ ਦੇ ਤਰੀਕੇ ਵਿੱਚ ਵੱਡਾ ਬਦਲਾਅ ਆ ਸਕਦਾ ਹੈ। ਇਸ ਯੋਜਨਾ ਦਾ ਇੱਕ ਮੁੱਖ ਉਦੇਸ਼ ਦਿੱਲੀ ਤੇ ਇਸ ਦੇ ਆਲੇ ਦੁਆਲੇ ਦੇ ਭੀੜ ਭਾੜ ਵਾਲੇ ਖੇਤਰਾਂ ਤੇ ਦਬਾਅ ਘਟਾਉਣਾ ਹੈ। ਇਸ ਲਈ ਪੂਰੇ NCR ਵਿੱਚ ਆਪਸੀ ਤੌਰ ਤੇ ਜੁੜੇ ਹੋਏ ਸ਼ਹਿਰਾਂ ਦਾ ਮਜ਼ਬੂਤ ਨੈਟਵਰਕ ਤਿਆਰ ਕੀਤਾ ਜਾ ਰਿਹਾ ਹੈ। ਇਸ ਕਾਰਨ ਹੁਣ ਸੋਨੀਪਤ, ਪਾਣੀਪਤ, ਭਿਵਾੜੀ, ਅਲਵਰ, ਮੇਰਠ ਤੇ ਜੇਵਰ ਵਰਗੇ ਇਲਾਕੇ ਨਿਵੇਸ਼ਕਾਂ ਤੇ ਡਿਵੈਲਪਰਾਂ ਦੇ ਕੇਂਦਰ ਵਿੱਚ ਆਉਣਗੇ। ਦੇਸ਼ ਵਿੱਚ ਕੋਇਲੇ ਤੋਂ ਹਾਈਡਰੋਜਨ, ਐਥਨੋਲ ਤੇ ਹੋਰ ਉਦਯੋਗਿਕ ਉਤਪਾਦ ਤਿਆਰ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਗਿਆ ਹੈ। ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵੇਲੇ 65,000 ਕਰੋੜ ਰੁਪਏ ਤੋਂ ਵੱਧ ਦੇ ਕੋਲ ਗੈਸੀਫਿਕੇਸ਼ਨ ਪ੍ਰੋਜੈਕਟਾਂ ਤੇ ਕੰਮ ਚੱਲ ਰਿਹਾ ਹੈ। ਇਸ ਨਾਲ ਸਪਸ਼ਟ ਹੈ ਕਿ ਸਰਕਾਰ ਦੀ ਯੋਜਨਾ ਹੁਣ ਸਿਰਫ ਕਾਗਜ਼ਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਜ਼ਮੀਨੀ ਪੱਧਰ ਤੇ ਵੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਹਾਲ ਹੀ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਕੋਇਲਾ ਸਕੱਤਰ ਵਿਕਰਮ ਦੇਵਦੱਤ ਨੇ ਕਿਹਾ ਕਿ ਇਸ ਖੇਤਰ ਨੂੰ ਉਦਯੋਗ ਜਗਤ ਵੱਲੋਂ ਵਧੀਆ ਪ੍ਰਤੀਕਿਰਿਆ ਮਿਲੀ ਹੈ। ਉਹਨਾਂ ਦੇ ਅਨੁਸਾਰ ਜਨਵਰੀ 2024 ਵਿੱਚ ਮਨਜ਼ੂਰ ਕੀਤੀ ਗਈ 8500 ਕਰੋੜ ਰੁਪਏ ਦੀ ਪ੍ਰੋਤਸਾਹਨ ਯੋਜਨਾ ਤਹਿਤ 8 ਪ੍ਰੋਜੈਕਟਾਂ ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਲਈ ਹੁਣ ਤੱਕ 6233 ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਇਹਨਾਂ ਪ੍ਰੋਜੈਕਟਾਂ ਰਾਹੀਂ ਕੋਇਲੇ ਤੋਂ ਸਿੰਥੈਟਿਕ ਨੈਚੁਰਲ ਗੈਸ यानी SNG, ਐਥਨੋਲ, ਹਾਈਡਰੋਜਨ, ਐਸੀਟਿਕ ਐਸਿਡ, ਅਮੋਨੀਅਮ ਨਾਈਟ੍ਰੇਟ, DRI ਆਧਾਰਿਤ ਸਟੀਲ ਤੇ ਸਸਟੇਨੇਬਲ ਐਵੀਏਸ਼ਨ ਫਿਊਲ ਵਰਗੇ ਉਤਪਾਦ ਤਿਆਰ ਕੀਤੇ ਜਾਣਗੇ। ਨਿਸਾਨ ਮੋਟਰ ਇੰਡੀਆ ਆਪਣੀ ਆਉਣ ਵਾਲੀ ਮਿਡ ਸਾਈਜ਼ SUV ਟਰੈਕਟਰ ਨਾਲ ਭਾਰਤੀ ਬਾਜ਼ਾਰ ਵਿੱਚ ਵੱਡੀ ਵਾਪਸੀ ਦੀ ਤਿਆਰੀ ਕਰ ਰਹੀ ਹੈ। ਕੰਪਨੀ 9 ਜੁਲਾਈ 2026 ਨੂੰ ਭਾਰਤ ਵਿੱਚ ਇਸ SUV ਦੀ ਗਲੋਬਲ ਅਨਵੀਲਿੰਗ ਕਰੇਗੀ। ਕੰਪਨੀ ਵੱਲੋਂ ਜਾਰੀ ਕੀਤੇ ਗਏ ਨਵੇਂ ਟੀਜ਼ਰ ਵਿੱਚ ਇਸ ਨੂੰ ਬੇਬੀ ਪੈਟਰੋਲ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਟਰੈਕਟਰ ਦੇ ਟੀਜ਼ਰ ਵਿੱਚ ਇਸ ਦੇ ਮਜ਼ਬੂਤ ਤੇ ਆਕਰਸ਼ਕ ਡਿਜ਼ਾਈਨ ਦੀ ਝਲਕ ਵੇਖਣ ਨੂੰ ਮਿਲੀ ਹੈ। ਇਸ ਵਿੱਚ ਫਰੰਟ ਗ੍ਰਿਲ ਨਾਲ ਇੰਟੀਗ੍ਰੇਟਿਡ ਐਲੂਮੀਨੀਅਮ ਐਲੀਮੈਂਟਸ, ਕਨੈਕਟਡ LED ਲਾਈਟਿੰਗ ਤੇ ਮਸਕੂਲਰ SUV ਸਟਾਂਸ ਵਰਗੀਆਂ ਖੂਬੀਆਂ ਸ਼ਾਮਿਲ ਹਨ। ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਲਿਮਿਟਡ यानी RCPL ਵੱਲੋਂ ਅਧਿਗ੍ਰਹਿਣ ਕੀਤੇ ਜਾਣ ਤੋਂ 4 ਸਾਲ ਬਾਅਦ ਕੈਂਪਾ ਨੇ ਬਾਜ਼ਾਰ ਵਿੱਚ ਮਜ਼ਬੂਤ ਪਕੜ ਬਣਾ ਲਈ ਹੈ। ਵਿੱਤੀ ਵਰ੍ਹਾ 2026 ਵਿੱਚ ਕੰਪਨੀ ਦੀ ਕੁੱਲ ਵਿਕਰੀ 4700 ਕਰੋੜ ਰੁਪਏ ਤੱਕ ਪਹੁੰਚ ਗਈ ਹੈ ਤੇ ਹੁਣ ਇਹ ਮੁੱਖ ਬਾਜ਼ਾਰਾਂ ਵਿੱਚ ਡਬਲ ਡਿਜਿਟ ਮਾਰਕੀਟ ਸ਼ੇਅਰ ਹਾਸਲ ਕਰ ਚੁੱਕੀ ਹੈ। ਰਿਲਾਇੰਸ ਇੰਡਸਟਰੀਜ਼ ਲਿਮਿਟਡ यानी RIL ਦੀ 49ਵੀਂ ਸਾਲਾਨਾ ਜਨਰਲ ਮੀਟਿੰਗ यानी AGM ਵਿੱਚ ਰਿਲਾਇੰਸ ਰਿਟੇਲ ਵੈਂਚਰਸ ਲਿਮਿਟਡ यानी RRVL ਦੀ ਐਗਜ਼ੀਕਿਊਟਿਵ ਡਾਇਰੈਕਟਰ ਈਸ਼ਾ ਅੰਬਾਨੀ ਪਿਰਾਮਲ ਨੇ ਕਿਹਾ, ਦਹਾਕਿਆਂ ਪੁਰਾਣੇ ਮਾਰਕੀਟ ਲੀਡਰਾਂ ਨੂੰ ਚੁਣੌਤੀ ਦੇਣ ਤੋਂ ਬਾਅਦ ਕੈਂਪਾ ਹੁਣ ਭਾਰਤ ਦਾ ਚੌਥਾ ਸਭ ਤੋਂ ਵੱਡਾ ਕਾਰਬੋਨੇਟ ਸੌਫਟ ਡਰਿੰਕ ਬ੍ਰਾਂਡ ਬਣ ਗਿਆ ਹੈ ਤੇ ਮੁੱਖ ਬਾਜ਼ਾਰਾਂ ਵਿੱਚ ਇਸ ਦੀ ਹਿੱਸੇਦਾਰੀ ਡਬਲ ਡਿਜਿਟ ਵਿੱਚ ਪਹੁੰਚ ਗਈ ਹੈ। ਉਹਨਾਂ ਕਿਹਾ, ਕੈਂਪਾ ਸਿਰਫ ਇੱਕ ਬ੍ਰਾਂਡ ਨਹੀਂ ਹੈ, ਸਗੋਂ ਇਹ ਹੁਣ ਇੰਡੀਆ ਦਾ ਠੰਡਾ ਬਣ ਚੁੱਕਾ ਹੈ। ਬਜਾਜ ਆਟੋ ਨੇ ਆਪਣੀ ਮਸ਼ਹੂਰ ਸਪੋਰਟਸ ਬਾਈਕ ਪਲਸਰ 220F ਨੂੰ ਨਵੇਂ ਅਪਡੇਟ ਨਾਲ ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ। ਇਸ ਵਾਰ ਕੰਪਨੀ ਨੇ ਬਾਈਕ ਵਿੱਚ ਸਭ ਤੋਂ ਵੱਡਾ ਬਦਲਾਅ LED ਹੈਡਲਾਈਟ ਯੂਨਿਟ ਦੇ ਰੂਪ ਵਿੱਚ ਕੀਤਾ ਹੈ, ਜਿਸ ਵਿੱਚ ਇੰਟੀਗ੍ਰੇਟਿਡ ਡੇ ਟਾਈਮ ਰਨਿੰਗ ਲਾਈਟਸ ਵੀ ਦਿੱਤੀਆਂ ਗਈਆਂ ਹਨ। ਨਵੇਂ ਅਪਡੇਟ ਤੋਂ ਬਾਅਦ ਪਲਸਰ 220F ਦੀ ਸ਼ੁਰੂਆਤੀ ਐਕਸ ਸ਼ੋਰੂਮ ਕੀਮਤ
1,36,000 रुपये रखी गई है। यह मॉडल पहला के मुकाबले करीब 8,000 रुपये महंगा हो गया है। कीमत विच वाधे के बावजूद पल्सर 220 F की लोकप्रियता विच कोई कमी नहीं आई। यह बजाज दीआं सब तो पुराणियां ते सब तो वध पसंद कीतियां जाण वालियां बाइकां विचों एक है। इस नाल स्पोर्टी डिजाइन, शक्तिशाली इंजन ते भरोसेयोग परफॉर्मेंस इस नूं अज भी राइडरां दी पहली पसंद बनाउंदे हन। नवें LED हैडलैम्प ते डे टाइम रनिंग लाइट्स नाल बाइक का लुक होर भी आकर्षक हो गया है। कंपनी नूं उम्मीद है कि यह अपडेट नौजवान गाहकां नूं खास तौर पर आकर्षित करेगा। पल्सर 220 F ने भारतीय दोपहिया बाजार विच अपनी मजबूत पछाण बनाई हुई है ते नवें अपडेट नाल इस दी लोकप्रियता होर भी वधण दी उम्मीद है। Amazon ने भारत विच अपनी सब तो लोकप्रिय सेलों विचों एक प्राइम डे सेल के 10वें एडिशन का ऐलान कर दिता है। कंपनी ने अपनी वैबसाइट पर इस सेल लिए विशेष पेज भी लाइव कर दिता है। यह मैगा सेल 4 जुलाई 2026 तो शुरू होगी ते 3 दिन तक चलेगी। इस दौरान ग्राहकों को कई उत्पादों के भारी छूट का लाभ मिलेगा। सेल दौरान स्मार्ट टीवी, स्पीकर, इलैक्ट्रिक गैजेट ते होर कई श्रेणियों के उत्पादों से 45% तक की छूट दी जाएगी। इस तो इलावा Amazon प्राइम मैंबरां नूं देश विदेश के प्रसिद्ध ब्रांडों के 500 तो वध नवे उत्पादों के लॉन्च तक खास ते पहला पहुंच का मौका भी मिलेगा। जेकर तुसी नवा इलैक्ट्रॉनिक समान खरीदण की योजना बना रहे हो तो यह सेल तुहाडे लई वधिया मौका साबित हो सकती है। जेकर तुसी ट्रक, बस या किसी कमर्शियल वाहन नूं खरीदण की योजना बना रहे हो तो यह खबर तुहाडे लई बहुत महत्वपूर्ण है। भारत की प्रमुख ऑटोमोबाइल कंपनी टाटा मोटर्स ने अपने कमर्शियल वाहनों दी कीमतां विच वाधे का ऐलान कर दिता है। कंपनी ने स्पष्ट किया कि आउंदी 1 जुलाई 2026 तो उसके सारे कमर्शियल वाहन महंगे हो जाएंगे। कीमतां विच यह वाधा करीब 2.5% तक हो सकता है। हालांकि हर मॉडल ते वेरिएंट अनुसार यह वाधा वख-वख होगा। इस कीमत वाधे का सीधा असर ट्रांसपोर्ट कारोबार, लॉजिस्टिक कंपनियां ते छोटे वड्डे ट्रक मालकां ते पवेगा। फिलहाल अज दीआं खबरां दे विच इन्ना ही। होर खबरां लई वेखदे रहो मीडिया लहर। मैं दिओ इजाजत। धन्नवाद।